ਬੱਚਿਆਂ ਦੀ ਇੰਟਰਵਿਊ ਨਹੀਂ ਲੈਣੀ ਹੈਗੀ, ਪੇਰੈਂਟਸ ਨੂੰ ਨਹੀਂ ਕਾਲ ਫॉर ਕਰਨਾ। ਪਹਿਲੇ ਇਹਨਾਂ ਨੇ 75% ਡਰਾਅ ਦੇ ਨਾਲ ਕੱਢਣੇ ਆ, 25% ਇਹਨਾਂ ਨੇ ਇਕਨੋਮਿਕਲੀ ਵੀਕਰ ਸੈਕਸ਼ਨ ਵਾਸਤੇ ਰੱਖਣੇ ਆ। ਮੈਨੂੰ ਕਈ ਚਿੱਠੀਆਂ ਇੱਥੋਂ ਮਿਲ ਚੁੱਕੀਆਂ ਜੀ, ਤੁਹਾਡੀ ਚਿੱਠੀ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਭੇਜਤੀ। ਇਹ ਸਾਰੀਆਂ ਚਿੱਠੀਆਂ ਦਬ ਕੇ ਬਿਠੇ ਜ਼ਿਲ੍ਹਾ ਸਿੱਖਿਆ ਅਫਸਰ ਦਾ। ਅਸੀਂ ਪਿਛਲੇ 5 ਸਾਲ ਦਾ ਰਿਕਾਰਡ ਕਾਲ ਫॉर ਕਰ ਰਹੇ, ਇਹਨਾਂ ਨੂੰ ਕਹਿ ਰਹੇ ਹਾਂ ਵੀ ਸਕੂਲ ਵਾਲਿਆਂ ਤੋਂ ਮੰਗੋ ਕਿਹੜੇ ਦਿਨ ਡਰਾਅ ਕੱਢਿਆ ਸੀ, ਔਰ ਅਗਰ ਇਹਨਾਂ ਨੇ ਇਹ ਪ੍ਰੋਸੈਸ ਫੋਲੋ ਨਹੀਂ ਕੀਤਾ ਤੇ ਇਹਨਾਂ ਦੇ ਉੱਤੇ ਐਕਸ਼ਨ ਲਿੱਤਾ ਜਾਵੇ। ਲੇਕਿਨ ਕੀ ਹੈ ਵੀ ਪੇਰੈਂਟਸ ਨੂੰ ਬੁਲਾ ਕੇ ਉੱਥੇ ਧੁੱਪੇ 2 ਘੰਟੇ 4 ਘੰਟੇ ਖੜਾ ਕੀਤਾ ਜਾਂਦਾ, ਫਿਰ ਕਹਿ ਦਿੰਦੇ ਆ ਜੀ ਤੁਹਾਡੇ ਬੱਚੇ ਇੱਕ ਲਿਸਟ ਤੁਹਾਨੂੰ ਦੱਸ ਦਿਆਂਗੇ ਜੀ। ਬਾਅਦ ਚੋਂ ਇੱਕ ਲਿਸਟ ਨੋਟਿਸ ਬੋਰਡ ਤੇ ਲੱਗ ਜਾਂਦੀ ਹੈ, ਤੁਹਾਡੇ ਬੱਚੇ ਦੀ ਐਡਮਿਸ਼ਨ ਹੋਈ ਹੈ, ਤੁਹਾਡੀ ਦੀ ਨਹੀਂ ਹੋਈ। ਇਹ ਪ੍ਰੋਸੈਸ ਬਿਲਕੁਲ ਗਲਤ ਹੈ। ਮੈਂ ਟੋਟਲ 25 ਸਕੂਲਾਂ ਦੀ ਕੰਪਲੇਂਟ ਕੀਤੀ ਹੈ, ਔਰ ਮੈਨੂੰ ਨਹੀਂ ਲੱਗਦਾ 25 ਦੇ 25 ਸਕੂਲਾਂ ਕੋਲੇ ਰਿਕਾਰਡ ਮੇਨਟੇਨ ਕੀਤਾ ਹੋਏਗਾ। ਉਹ ਫੇਰ ਵੀ ਨਹੀਂ ਹਟਦੇ ਪਏ ਪ੍ਰਾਈਵੇਟ ਸਕੂਲਾਂ ਵਾਲੇ, ਉਹ ਫੇਰ ਵੀ ਹਜੇ ਡਰਾਅ ਦੇ ਤਹਿਤ ਐਡਮਿਸ਼ਨ ਦੇਣ ਨੂੰ ਤਿਆਰ ਨਹੀਂ। ਹਜੇ ਵੀ ਉਹੀ ਸਿਸਟਮ ਜੋ ਡਿਕਟੇਟਰਸ਼ਿਪ ਵਾਲਾ ਹੈ, VIP ਕਲਚਰ ਵਾਲਾ। ਪਾਸੇ ਤਾਂ ਰੌਲਾ ਪਾਈ ਜਾਂਦੇ ਵੀ ਕੋਵਿਡ ਦੇ ਦਰਮਿਆਨ ਸਾਨੂੰ ਕੋਈ ਪੈਸਾ ਨਹੀਂ ਬਚਿਆ। ਇਸ ਤਰ੍ਹਾਂ ਨਹੀਂ ਹੈਗਾ, ਸਭ ਬਚਿਆ ਇਹਨਾਂ ਨੂੰ। ਮੈਂ ਇੱਕ ਐਪਲੀਕੇਸ਼ਨ ਇਹ ਫਾਈਲ ਕੀਤੀ ਹੈ ਕਿ ਇਹ 100 ਕਰੋੜ ਰੁਪਈਆ ਇਹ ਪੇਰੈਂਟਸ ਨੂੰ ਰਿਫੰਡ ਕੀਤਾ ਜਾਵੇ। ਡਿਸਪਾਈਟ ਦੈਟ ਇਹਨਾਂ ਨੇ ਰਾਈਟ ਟੂ ਐਜੂਕੇਸ਼ਨ ਐਕਟ ਦੀ ਧੱਜੀਆਂ ਉਡਾਉਂਦੇ ਹੋਏ ਪ੍ਰੋਫਿਟ ਕਮਾਇਆ। ਜਿਵੇਂ ਮੈਂ ਦੱਸਿਆ ਸੀ ਵੀ 22 ਕਰੋੜ ਗ੍ਰੀਨਲੈਂਡ ਵਾਲਾ ਰੱਖੀ ਬੈਠਾ ਤਿਜੋਰੀ ਦੇ ਵਿੱਚ, ਦੱਸਿਆ ਬੈਲੈਂਸ ਸ਼ੀਟ ਦੇ ਵਿੱਚ। ਕੋਵਿਡ ਦੇ ਵਿੱਚ ਇਹਨਾਂ ਨੇ ਕਿਹਾ ਵੀ ਸਾਡੇ ਕੋਲੇ ਪੈਸੇ ਨਹੀਂ ਸੀਗੇ, ਔਰ ਮੈਂ ਸਾਬਤ ਕਰ ਦਿੱਤਾ ਕਾਗਜ਼ਾਂ ਦੇ ਵਿੱਚ ਇਹਨਾਂ ਕੋਲੇ ਸਭ ਕੁਝ ਸੀਗਾ। ਇਹ ਝੂਠ ਬੋਲਦੇ ਨੇ। ਇਹ ਚੀਜ਼ ਹੋ ਰਹੀ ਹੈ, ਇਹ ਚੀਜ਼ ਡਿਪਟੀ ਕਮਿਸ਼ਨਰ ਨੂੰ ਨਹੀਂ ਪਤਾ। ਤੁਸੀਂ ਡਿਪਟੀ ਕਮਿਸ਼ਨਰ ਕੋਲ ਚਲ ਜਾਓ, ਮਜਾਲ ਹੈ ਜੋ ਕੁਝ ਬੋਲ ਜਾਵੇ। ਕੋਈ ਪੋਲੀਟੀਸ਼ੀਅਨ, ਕੋਈ ਮੈਂਬਰ ਪਾਰਲੀਮੈਂਟ, ਕੋਈ MLA, ਕੋਈ ਮੰਤਰੀ ਬੋਲਦਾ ਇਸ ਮੈਟਰ ਦੇ ਉੱਤੇ ਪੇਰੈਂਟਸ ਦੇ ਹੱਕ ਦੇ ਵਿੱਚ? ਕੋਈ ਨਹੀਂ ਬੋਲਦਾ। ਉਹਨਾਂ ਲੋਕਾਂ ਨੇ ਵੀ ਆਪਣੇ ਸਿਫਾਰਸ਼ਾਂ ਕਰਾ ਕੇ ਐਡਮਿਸ਼ਨਾਂ ਲੈਣੀਆਂ, ਪੋਲੀਟੀਕਲ ਪਾਰਟੀਆਂ ਨੇ ਆਪਣੇ ਫੰਡ ਲੈਣੇ ਨੇ। ਗੱਲ ਕਰਦੇ ਹੋ ਕਿ ਪੇਰੈਂਟਸ ਲੀਡਰਾਂ ਤੋਂ ਕੁਝ ਉਮੀਦ ਰੱਖਣ ਜਾਂ ਇਹਨਾਂ ਕੋਲੋਂ ਬਿਊਰੋਕਰੇਟਸ ਤੋਂ ਉਮੀਦ ਰੱਖਣ, ਜਾਂ ਅਸੀਂ ਉਮੀਦ ਰੱਖੀਏ ਇਸ ਤਾਂ ਚਿੱਠੀਆਂ ਲਿਖ ਸਕਦੇ ਹਾਂ, ਕੋਰਟ 'ਚ ਜਾ ਸਕਦੇ ਹਾਂ, ਲੜ ਸਕਦੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਕਲਪਨਾ ਮੌਰਿਆ। ਜਦ ਬੱਚਿਆਂ ਨੂੰ ਸਕੂਲੀ ਸਿੱਖਿਆ ਦਿਵਾਉਣ ਦੀ ਗੱਲ ਹੁੰਦੀ ਹੈ ਤੇ ਪੇਰੈਂਟਸ ਦੇ ਮਨ ਦੇ ਵਿੱਚ ਹਮੇਸ਼ਾ ਹੁੰਦਾ ਹੈ ਕਿ ਬੱਚਿਆਂ ਨੂੰ ਜਿਹੜਾ ਹੈ ਨਾਮੀ ਪ੍ਰਾਈਵੇਟ ਸਕੂਲ ਦੇ ਵਿੱਚ ਜਿਹੜੀ ਹੈ ਐਡਮਿਸ਼ਨ ਕਰਵਾਉਣੀ ਹੈ, ਤਾਂ ਜੋ ਜਿਹੜੀ ਉਸਦੀ ਪੜ੍ਹਾਈ ਹੈ, ਜੋ ਉਸਦੀ ਸਿੱਖਿਆ ਹੈ, ਚੰਗੇ ਸਕੂਲ ਤੋਂ ਹੋਵੇ। ਪਰ ਜਦ ਨਾਮੀ ਸ਼ਹਿਰੀ, ਜੇ ਆਪਾਂ ਗੱਲ ਕਰੀਏ ਸ਼ਹਿਰ ਦੇ ਨਾਮੀ ਪ੍ਰਾਈਵੇਟ ਸਕੂਲ ਦੇ ਵਿੱਚ ਐਡਮਿਸ਼ਨ ਕਰਵਾਉਣ ਦੀ ਗੱਲ ਹੁੰਦੀ ਹੈ ਤੇ ਉਸ ਨੂੰ ਲੈ ਕੇ ਪੇਰੈਂਟਸ ਨੂੰ ਜਿਹੜਾ ਹੈ ਕਾਫੀ ਹੱਦ ਤੱਕ ਖੱਜਲ ਖੁਆਰ ਹੋਣਾ ਪੈਂਦਾ ਹੈ। ਵੱਖ-ਵੱਖ ਜੋ ਪ੍ਰੋਸੈਸ ਹੁੰਦੀਆਂ ਉਸ ਤੋਂ ਜਿਹੜਾ ਉਹਨਾਂ ਨੂੰ ਗੁਜ਼ਰਨਾ ਪੈਂਦਾ ਹੈ। ਪਰ ਕਾਨੂੰਨ ਕਹਿੰਦਾ ਹੈ ਕਿ ਡਰਾਅ ਦੇ ਰਾਹੀਂ ਜਿਹੜੀ ਹੈ ਬੱਚਿਆਂ ਦੀ ਐਡਮਿਸ਼ਨ ਹੋਣੀ ਚਾਹੀਦੀ ਹੈ। ਪਰ ਕਿਉਂਕਿ ਇਸ ਚੀਜ਼ ਨੂੰ ਲੈ ਕੇ ਅਕਸਰ ਸੁਣਨ ਦੇ ਵਿੱਚ ਆਇਆ ਹੈ, ਜੋ ਗੱਲਬਾਤ ਹੋਈ ਹੈ ਹਮੇਸ਼ਾ ਸਾਡੀ, ਕਿ ਜਿਹੜੇ ਸਕੂਲਾਂ ਵੱਲੋਂ ਕਿਤੇ ਨਾ ਕਿਤੇ ਉਹ ਕਾਨੂੰਨ ਦੀ ਜਿਹੜੀ ਹੈ ਉਲੰਘਣਾ ਕੀਤੀ ਜਾਂਦੀ ਹੈ। ਜੋ ਐਕਟ ਬਣੇ ਹੋਏ ਨੇ ਉਸ ਦੀ ਜਿਹੜੀ ਹੈ ਪਾਲਣਾ ਨਹੀਂ ਕੀਤੀ ਜਾਂਦੀ। ਐਡਮਿਸ਼ਨ ਜਿਹੜੀ ਹੈ ਆਪਣੀ ਮਨਮਰਜ਼ੀ ਦੇ ਨਾਲ ਹੀ ਜੋ ਪ੍ਰੋਸੈਸ ਉਹਨਾਂ ਵੱਲੋਂ ਬਣਾਈ ਹੋਈ ਹੈ ਉਸ ਹਿਸਾਬ ਨਾਲ ਕੀਤੀ ਜਾਂਦੀ ਹੈ। ਇਸੇ ਨੂੰ ਲੈ ਕੇ 1 ਸਾਲ ਪਹਿਲਾਂ ਵੀ ਜਿਹੜਾ RTI ਐਕਟਿਵਿਸਟ ਰੋਹਿਤ ਸੱਭਰਵਾਲ ਜੀ ਵੱਲੋਂ ਜਿਹੜਾ ਹੈ ਕੁਝ ਸ਼ਹਿਰ ਦੇ ਨਾਮੀ ਸਕੂਲਾਂ ਦੇ ਖਿਲਾਫ ਜਿਹੜੀ ਕੰਪਲੇਂਟ ਕੀਤੀ ਗਈ ਸੀ ਕਿ ਜੋ ਐਕਟ ਬਣਿਆ, ਜਿਸ ਦੇ ਵਿੱਚ ਗੱਲ ਹੁੰਦੀ ਹੈ, ਜੋ ਕਾਨੂੰਨ ਬਣਿਆ ਜਿਸ ਦੇ ਵਿੱਚ ਗੱਲ ਹੁੰਦੀ ਹੈ ਕਿ ਡਰਾਅ ਦੇ ਰਾਹੀਂ ਜਿਹੜੀ ਹੈ ਬੱਚਿਆਂ ਦੀ ਐਡਮਿਸ਼ਨ ਹੋਣੀ ਚਾਹੀਦੀ ਹੈ, ਪਰ ਉਹ ਸਕੂਲ ਜਿਹੜਾ ਹੈ ਡਰਾਅ ਦੇ ਰਾਹੀਂ ਐਡਮਿਸ਼ਨ ਬੱਚਿਆਂ ਦੀ ਨਹੀਂ ਕਰਦੇ। ਤੇ ਇਸੇ ਚੀਜ਼ ਨੂੰ ਲੈ ਕੇ ਜਿਹੜੀ ਲਗਾਤਾਰ ਉਹਨਾਂ ਵੱਲੋਂ ਹੋਰ ਵੀ ਚਿੱਠੀਆਂ ਪਾਈਆਂ ਗਈਆਂ ਨੇ। ਇਸ 1 ਸਾਲ ਦੇ ਵਿੱਚ ਲਗਾਤਾਰ ਜਿਹੜਾ ਡਿਪਾਰਟਮੈਂਟਸ ਤੋਂ ਉਹਨਾਂ ਨੂੰ ਚਿੱਠੀਆਂ ਮਿਲ ਜਾਂਦੀਆਂ, ਪਰ ਜਿਹੜੀ ਉਹ ਸ਼ਿਕਾਇਤ ਹੈ ਕਿਤੇ ਨਾ ਕਿਤੇ ਉਹ ਸਿਰੇ ਲੱਗਦੀ ਨਜ਼ਰ ਨਹੀਂ ਆ ਰਹੀ ਹੈ। ਕਾਰਵਾਈ ਜਿਹੜੀ ਹੈ ਸਕੂਲਾਂ ਤੇ ਵੀ ਨਹੀਂ ਹੋ ਰਹੀ, ਉਸ ਚੀਜ਼ ਤੇ ਜਿਹੜਾ ਐਕਸ਼ਨ ਨਹੀਂ ਲਿਆ ਜਾ ਰਿਹਾ। ਅੱਜ ਅਸੀਂ ਇਸੇ ਸਿਲਸਿਲੇ ਦੇ ਵਿੱਚ ਦੁਬਾਰਾ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ RTI ਐਕਟਿਵਿਸਟ ਰੋਹਿਤ ਸੱਭਰਵਾਲ ਜੀ। ਸਰ, ਦੇਖਿਆ ਜਾਵੇ 1 ਸਾਲ ਪਹਿਲਾਂ ਵੀ ਅਸੀਂ ਇਸੇ ਮੁੱਦੇ ਤੇ ਗੱਲਬਾਤ ਕਰ ਰਹੇ ਸੀ ਕਿ ਕਿਸ ਤਰੀਕੇ ਨਾਲ ਕਾਨੂੰਨ ਬਣਿਆ ਹੋਇਆ ਹੈ। ਕਾਨੂੰਨ ਕਹਿੰਦਾ, ਐਕਟ ਕਹਿੰਦਾ ਹੈ ਕਿ ਬੱਚਿਆਂ ਦੀ ਜਿਹੜੀ ਐਡਮਿਸ਼ਨ ਹੈ ਉਹ ਡਰਾਅ ਦੇ ਰਾਹੀਂ ਹੋਣੀ ਚਾਹੀਦੀ ਹੈ, ਪਰ ਸਕੂਲਾਂ ਵੱਲੋਂ ਇਸ ਦੀ ਜਿਹੜੀ ਉਲੰਘਣਾ ਹੀ ਕੀਤੀ ਜਾ ਰਹੀ ਹੈ। ਤੇ ਤੁਹਾਡੇ ਵੱਲੋਂ ਲਗਾਤਾਰ ਚਿੱਠੀਆਂ ਵੀ ਪਾਈਆਂ ਜਾ ਰਹੀਆਂ ਨੇ। ਹਾਲੇ ਤੱਕ ਪ੍ਰੋਸੈਸ ਜਿਹੜੀ ਹੈ ਕਿੱਥੇ ਤੱਕ ਪਹੁੰਚੀ? ਕੁਝ ਚੀਜ਼ਾਂ ਸਿਰੇ ਲੱਗਦੀਆਂ ਨਜ਼ਰ ਆ ਰਹੀਆਂ ਕਿ ਹਾਲੇ ਵੀ ਉਸੇ ਤਰੀਕੇ ਦਾ ਹੈ। ਇਸ ਤਰ੍ਹਾਂ ਮੈਡਮ, ਇਸ ਮੈਟਰ ਦੇ ਵਿੱਚ ਮੈਂ ਜੁਲਾਈ 2020 ਦੇ ਵਿੱਚ ਪਹਿਲੀ ਕੰਪਲੇਂਟ ਫਾਈਲ ਕੀਤੀ। ਉਸ ਤੋਂ ਬਾਅਦ ਮੇਰੇ ਵੱਲੋਂ ਸਬਸੀਕੁਐਂਟ ਰਿਮਾਈਂਡਰਸ ਵੀ ਭੇਜੇ ਗਏ।
ਪਹਿਲਾਂ ਪੇਰੈਂਟਸ ਨੂੰ ਇਹ ਸਮਝਣਾ ਚਾਹੀਦਾ ਵੀ ਰਾਈਟ ਆਫ ਚਾਈਲਡ ਟੂ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਐਕਟ, ਜਿਹਨੂੰ ਆਪਾਂ RTE ਐਕਟ ਵੀ ਕਹਿ ਦਿੰਦੇ ਹਾਂ, ਇਹਦੇ ਸੈਕਸ਼ਨ 7 ਔਰ ਸਬਸੈਕਸ਼ਨਸ 4 ਔਰ 5 ਦੇ ਵਿੱਚ ਇਹ ਲਿਖਿਆ ਹੈ ਕਿ ਪਹਿਲੀ ਗੱਲ ਤਾਂ ਬੱਚਿਆਂ ਦੀ ਇੰਟਰਵਿਊ ਨਹੀਂ ਲੈਣੀ ਹੈਗੀ, ਪੇਰੈਂਟਸ ਨੂੰ ਨਹੀਂ ਕਾਲ ਫॉर ਕਰਨਾ, ਡਰਾਅ ਦੇ ਰਾਹੀਂ ਐਡਮਿਸ਼ਨ ਦੇਣੀ ਆ। ਪਹਿਲੇ ਇਹਨਾਂ ਨੇ 75% ਡਰਾਅ ਦੇ ਨਾਲ ਕੱਢਣੇ ਆ, 25% ਇਹਨਾਂ ਨੇ ਇਕਨੋਮਿਕਲੀ ਵੀਕਰ ਸੈਕਸ਼ਨ ਵਾਸਤੇ ਰੱਖਣੇ ਆ। ਜਦੋਂ ਉਹ ਇਕਨੋਮਿਕਲੀ ਵੀਕਰ ਸੈਕਸ਼ਨ ਵਾਲਾ ਪਾਰਟ ਫਿਲ ਨਹੀਂ ਹੋਏਗਾ, ਫਿਰ ਇਹਨਾਂ ਨੇ ਉਹ 25% ਸੀਟਸ ਵੀ ਥਰੂ ਡਰਾਅ ਆਫ ਲੋਟ ਆਫਰ ਕਰ ਦੇਣੀਆਂ ਨੇ। ਲੇਕਿਨ ਇਸ ਮਾਮਲੇ ਦੇ ਵਿੱਚ ਮੇਰੇ ਵੱਲੋਂ ਕਈ ਕੰਪਲੇਂਟਾਂ ਹੋਈਆਂ, ਪ੍ਰਾਈਮ ਮਿਨਿਸਟਰ ਆਫਿਸ ਤੱਕ ਤੋਂ ਮੈਨੂੰ ਵਾਪਸ ਜਵਾਬ ਆਏ, ਚੀਫ ਮਿਨਿਸਟਰ ਆਫਿਸ ਤੱਕ ਤੋਂ ਜਵਾਬ ਆਏ। ਇਹ ਸਾਰੀ ਇਨਕੁਆਇਰੀ ਕਰਨੀ ਜ਼ਿਲ੍ਹਾ ਸਿੱਖਿਆ ਅਫਸਰ ਨੇ, ਜਾਂ ਸੀਨੀਅਰ ਸੈਕੰਡਰੀ ਵਾਲਿਆਂ ਨੇ ਕਰਨੀ, ਜਾਂ ਐਲੀਮੈਂਟਰੀ ਐਜੂਕੇਸ਼ਨ ਵਾਲਿਆਂ ਨੇ ਕਰਨੀ। ਮੈਨੂੰ ਕਈ ਚਿੱਠੀਆਂ ਇੱਥੋਂ ਮਿਲ ਚੁੱਕੀਆਂ ਜੀ, ਤੁਹਾਡੀ ਚਿੱਠੀ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਭੇਜਤੀ। ਇਹ ਸਾਰੀਆਂ ਚਿੱਠੀਆਂ ਦਬ ਕੇ ਬਿਠੇ ਜ਼ਿਲ੍ਹਾ ਸਿੱਖਿਆ ਅਫਸਰ ਵਾਲੇ। ਅਸੀਂ ਪਿਛਲੇ 5 ਸਾਲ ਦਾ ਰਿਕਾਰਡ ਕਾਲ ਫॉर ਕਰ ਰਹੇ, ਇਹਨਾਂ ਨੂੰ ਕਹਿ ਰਹੇ ਹਾਂ ਵੀ ਸਕੂਲ ਵਾਲਿਆਂ ਤੋਂ ਮੰਗੋ ਕਿਹੜੇ ਦਿਨ ਡਰਾਅ ਕੱਢਿਆ ਸੀ, ਕਦੋਂ ਤੁਸੀਂ ਇੰਟੀਮੇਟ ਕੀਤਾ ਗਵਰਨਮੈਂਟ ਏਜੰਸੀਜ਼ ਨੂੰ ਕਿ ਅਸੀਂ ਡਰਾਅ ਕੱਢਣ ਜਾ ਰਹੇ ਹਾਂ, ਔਰ ਤੁਹਾਡਾ ਡਰਾਅ ਕੱਢਣ ਦੀ ਕੋਈ ਵੀਡੀਓਗ੍ਰਾਫੀ ਜਾਂ ਫੋਟੋਗ੍ਰਾਫੀ ਤੁਸੀਂ ਕੀਤੀ ਹੋਏਗੀ, ਉਹ ਤੁਸੀਂ ਐਜ਼ ਐਵੀਡੈਂਸ ਇਹਨਾਂ ਕੋਲੋਂ ਲਓ। ਔਰ ਅਗਰ ਇਹਨਾਂ ਨੇ ਇਹ ਪ੍ਰੋਸੈਸ ਫੋਲੋ ਨਹੀਂ ਕੀਤਾ ਤੇ ਇਹਨਾਂ ਦੇ ਉੱਤੇ ਐਕਸ਼ਨ ਲਿੱਤਾ ਜਾਵੇ। ਹੁਣ ਮੰਨ ਲਓ ਕਿਸੇ ਬੰਦੇ ਨੇ ਆਪਣੇ ਬੱਚੇ ਨੂੰ ਪੜ੍ਹਾਉਣਾ, ਉਹ ਆਪਣੇ ਮੈਨੇਜਰ ਨੂੰ ਚਾਹੇ ਭੇਜੇ, ਸਕੂਲ 'ਚੋਂ ਫਾਰਮ ਮੰਗਾਵੇ, ਫਾਰਮ ਭਰ ਕੇ ਉਹਦੀ ਜੋ ਰਿਕੁਇਜ਼ਿਟ ਫੀਸ ਹੈਗੀ ਆ ਉਹ ਐਪਲੀਕੇਸ਼ਨ ਚਾਰਜਿਸ ਜਮ੍ਹਾਂ ਕਰਾ ਦਿੰਦੇ ਆ। ਉਸ ਤੋਂ ਬਾਅਦ ਆਪਣੇ ਕਿਸੇ ਰਿਪਰੈਜ਼ੈਂਟੇਟਿਵ ਨੂੰ ਹੀ ਭੇਜ ਦੇਵੇ ਵੀ ਜਾ ਕੇ ਡਰਾਅ ਦੇ ਵਿੱਚ ਅਟੈਂਡ ਕਰ ਲਓ, ਵੀ ਵੈਦਰ ਸਾਡਾ ਨੰਬਰ ਆਉਂਦਾ ਕਿ ਨਹੀਂ ਆਉਂਦਾ। ਜ਼ਰੂਰੀ ਨਹੀਂ ਕਿ ਪੇਰੈਂਟਸ ਨੂੰ ਜਾਣਾ ਪਵੇ, ਲੇਕਿਨ ਕੀ ਹੈ ਵੀ ਪੇਰੈਂਟਸ ਨੂੰ ਬੁਲਾ ਕੇ ਉੱਥੇ ਧੁੱਪੇ 2 ਘੰਟੇ 4 ਘੰਟੇ ਖੜ੍ਹਾ ਕੀਤਾ ਜਾਂਦਾ, ਔਰ ਅੰਦਰ 5-4 ਬੰਦੇ ਬੈਠੇ ਹੁੰਦੇ ਆ ਮੈਨੇਜਮੈਂਟ ਦੇ, ਪ੍ਰਿੰਸੀਪਲ ਵਗੈਰਾ। ਉਹ ਫਿਰ ਕਹਿ ਦਿੰਦੇ ਆ ਜੀ ਤੁਹਾਡੇ ਬੱਚੇ, ਇੱਕ ਲਿਸਟ ਤੁਹਾਨੂੰ ਦੱਸ ਦਿਆਂਗੇ ਜੀ। ਬਾਅਦ 'ਚੋਂ ਇੱਕ ਲਿਸਟ ਨੋਟਿਸ ਬੋਰਡ 'ਤੇ ਲੱਗ ਜਾਂਦੀ ਹੈ, ਤੁਹਾਡੇ ਬੱਚੇ ਦੀ ਐਡਮਿਸ਼ਨ ਹੋਈ ਹੈ, ਤੁਹਾਡੀ ਦੀ ਨਹੀਂ ਹੋਈ। ਇਹ ਪ੍ਰੋਸੈਸ ਬਿਲਕੁਲ ਗਲਤ ਹੈਗਾ, ਇਹ ਬਿਲਕੁਲ ਕਾਨੂੰਨ ਦੇ ਉਲਟ ਹੈ ਪ੍ਰੋਸੈਸ, ਇਹ ਨਹੀਂ ਚਾਹੀਦਾ। ਪ੍ਰੋਸੈਸ ਇਹ ਹੈ ਵੀ ਐਪਲੀਕੇਸ਼ਨਸ ਲੈ ਲਈਆਂ, ਤੁਸੀਂ ਇੰਟੀਮੇਸ਼ਨ ਕਰਨੀ ਆ ਵੀ ਅਸੀਂ ਫਲਾਣੇ ਦਿਨ ਡਰਾਅ ਕੱਢ ਰਹੇ ਹਾਂ, ਉਸ ਡਰਾਅ ਨੂੰ ਪੇਰੈਂਟਸ ਜਾਂ ਉਹਨਾਂ ਦੇ ਰਿਪਰੈਜ਼ੈਂਟੇਟਿਵਸ ਅਟੈਂਡ ਕਰਨਗੇ। ਡਰਾਅ ਦੇ ਵਿੱਚ ਜਿਹਦਾ ਬੱਚੇ ਦਾ ਨਾਂ ਨਿਕਲੇਗਾ, ਉਸੇ ਵੇਲੇ ਪੇਰੈਂਟ ਨੂੰ ਪਤਾ ਲੱਗ ਜਾਏਗਾ ਕਿ ਮੇਰੇ ਬੱਚੇ ਦੀ ਐਡਮਿਸ਼ਨ ਹੋ ਗਈ ਆ, ਔਰ ਉਹ ਲਿਸਟ ਜਿਹੜੀ ਹੈ ਜਾ ਕੇ ਨੋਟਿਸ ਬੋਰਡ 'ਤੇ ਲੱਗ ਜਾਏਗੀ। ਜੋ ਵੀ ਸਕੂਲ ਟਾਈਮ ਦੇਗਾ ਉਸ ਟਾਈਮ ਦੇ ਅਕੋਰਡਿੰਗ ਪੇਰੈਂਟਸ ਨੇ ਫੀਸ ਜਮ੍ਹਾਂ ਕਰਾ ਦੇਣੀ ਹੈ। ਮੈਂ ਟੋਟਲ 25 ਸਕੂਲਾਂ ਦੀ ਕੰਪਲੇਂਟ ਕੀਤੀ ਹੈ, ਔਰ ਮੈਨੂੰ ਨਹੀਂ ਲੱਗਦਾ 25 ਦੇ 25 ਸਕੂਲਾਂ ਕੋਲੇ ਰਿਕਾਰਡ ਮੇਨਟੇਨ ਕੀਤਾ ਹੋਏਗਾ। ਹੋ ਸਕਦਾ ਹੈ ਕੁਝ ਸਕੂਲ ਇੱਦਾਂ ਦੇ ਹੋਣ ਕਿ ਉਹਨਾਂ ਨੂੰ ਡਰਾਅ ਕੱਢਣ ਦੀ ਲੋੜ ਹੀ ਨਾ ਪਵੇ। ਕਿਸੇ ਕੋਲੇ ਮੰਨ ਲਓ 200 ਸੀਟ ਹੈ, ਉਹਦੇ ਕੋਲੇ ਸਟੂਡੈਂਟ 180 ਆਏ ਹੋਣ, ਠੀਕ ਆ, ਪਰ ਫਿਰ ਉਹ ਆਪਣਾ ਜਵਾਬ ਤਾਂ ਫਾਈਲ ਕਰਨ ਵੀ ਸਾਨੂੰ ਲੋੜ ਹੀ ਨਹੀਂ ਪਈ ਡਰਾਅ ਕੱਢਣ ਦੀ। ਔਰ ਉਹ ਇਹ ਵੀ ਇੰਸ਼ੋਰ ਕਰਨਾ ਪੈਣਾ ਕਿ ਉਹਨਾਂ ਨੇ ਪੇਰੈਂਟਸ ਨੂੰ ਤਾਂ ਨਹੀਂ ਸੱਦਿਆ ਇਹਦੇ ਨਾਲ। ਇਹ ਉਹਨਾਂ ਨੂੰ ਇਸ ਗੱਲ ਦਾ ਜਾਂ ਤਾਂ ਕੋਈ ਐਫੀਡੇਵਿਟ ਦੇਣਾ ਪਏਗਾ, ਜਾਂ ਕੋਈ ਉਹਨਾਂ ਨੂੰ ਸੈਲਫ ਡੈਕਲੇਰੇਸ਼ਨ ਦੇਣਾ ਪਏਗਾ ਕਿ ਅਸੀਂ ਉਦੋਂ ਪੇਰੈਂਟਸ ਨੂੰ ਨਹੀਂ ਸੱਦਿਆ ਸੀਗਾ। ਠੀਕ ਆ, ਤੁਸੀਂ ਇੱਕ ਰੂਲ ਫੋਲੋ ਕਰ ਲਿਆ, ਦੈਨ ਸੈਕਿੰਡ ਰੂਲ ਦੀ ਕੀ ਗੱਲ ਹੈ। ਬਾਕੀ ਜਿਹੜੇ ਵੱਡੇ ਵੱਡੇ ਸਕੂਲ ਨੇ, ਸੈਕਰੇਟ ਹਾਰਟ ਹੈ, BRS ਨਗਰ ਵਾਲਾ, ਸਰਾਭਾ ਨਗਰ ਵਾਲਾ, ਤੁਹਾਡਾ BCM ਹੈ, ਸਤਪਾਲ ਮਿੱਤਲ ਹੈ, ਜਾਂ ਹੋਰ ਅਦਰ ਸਕੂਲ ਨੇ, ਇਹ ਤਾਂ ਜਿਨ੍ਹਾਂ ਦੇ ਵਿੱਚ ਵੇਟਿੰਗ ਹੈ ਬੱਚਿਆਂ ਦੀ ਕਿ 200 ਸੀਟ ਹੈ, 1000 ਆ ਗਈ ਐਪਲੀਕੇਸ਼ਨ, ਅਤੇ ਇਹਨਾਂ ਨੇ ਤਾਂ ਬਿਲਕੁਲ ਵੀ ਨਹੀਂ ਕੀਤਾ। ਇਹਨਾਂ ਕੋਲ ਅਗਰ ਕੋਈ ਐਵੀਡੈਂਸ ਹੈਗੇ ਤਾਂ ਪ੍ਰੋਡਿਊਸ ਕਰਨ ਫਿਰ ਇਹ। ਅਤੇ ਅਸੀਂ ਬਾਰ-ਬਾਰ ਇਹੀ ਕਹਿ ਰਹੇ ਹਾਂ ਕਿ ਪਿਛਲੇ 5 ਸਾਲ ਦਾ ਰਿਕਾਰਡ ਤੁਸੀਂ ਇਹਨਾਂ ਕੋਲੋਂ ਮੰਗੋ। ਅਗਰ ਇਹ ਰਿਕਾਰਡ ਨਹੀਂ ਲੈ ਦਿੰਦੇ, ਦੈਨ ਇਹਨਾਂ ਦੇ ਉੱਤੇ ਐਜ਼ ਪਰ ਲਾਅ ਐਕਸ਼ਨ ਹੋਣਾ ਚਾਹੀਦਾ, ਪਹਿਲੀ ਗੱਲ। ਔਰ ਤੁਸੀਂ ਇਹ ਦੇਖੋ ਵੀ ਇੰਨਾ ਕੁਛ ਹੋਣ ਦੇ ਬਾਵਜੂਦ ਵੀ 1 ਸਾਲ ਤੋਂ ਮੇਰੇ ਵੱਲੋਂ ਕਈ ਚਿੱਠੀਆਂ ਚਲ ਗਈਆਂ, 7-8 ਚਿੱਠੀਆਂ ਮੈਨੂੰ ਵੀ ਆ ਗਈਆਂ ਪ੍ਰਾਈਮ ਮਿਨਿਸਟਰ ਆਫਿਸ ਤੋਂ, ਕਈ ਦਫ਼ਤਰਾਂ 'ਚੋਂ ਆ ਗਈਆਂ। ਉਹ ਫੇਰ ਵੀ ਨਹੀਂ ਹਟਦੇ ਪਏ ਪ੍ਰਾਈਵੇਟ ਸਕੂਲਾਂ ਵਾਲੇ, ਉਹ ਫੇਰ ਵੀ ਹਜੇ ਡਰਾਅ ਦੇ ਤਹਿਤ ਐਡਮਿਸ਼ਨ ਦੇਣ ਨੂੰ ਤਿਆਰ ਨਹੀਂ। ਹਜੇ ਵੀ ਉਹੀ ਸਿਸਟਮ ਜੋ ਡਿਕਟੇਟਰਸ਼ਿਪ ਵਾਲਾ ਹੈ, VIP ਕਲਚਰ ਵਾਲਾ, ਵੀ ਫਲਾਣੇ ਦੀ ਸਿਫਾਰਿਸ਼ ਹੈ, ਇਹ ਇੰਨੇ ਪੈਸੇ ਦਿੰਦਾ, ਇਹ ਇੰਨੀ ਡੋਨੇਸ਼ਨ ਦਿੰਦਾ, ਇਹਦੇ ਬੱਚੇ ਨੂੰ ਐਡਮਿਸ਼ਨ ਹੈਗੀ ਆ। ਅਤੇ ਬਿਊਰੋਕਰੇਟ ਦੀ ਸਿਫਾਰਿਸ਼ ਹੈ, ਲੀਡਰ ਦੀ ਸਿਫਾਰਿਸ਼ ਹੈ, ਇਹਦੇ ਬੱਚੇ ਨੂੰ ਐਡਮਿਸ਼ਨ ਦਿੰਦੀ, ਕਾਮਨ ਮੈਨ ਕਿੱਥੇ ਜਾਏਗਾ। ਠੀਕ ਹੈ ਨਾ ਜੀ। ਸੋ ਇਹ ਸਾਰੀ ਚੀਜ਼ ਨੂੰ ਲੈ ਕੇ ਮੇਰੀ ਲੜਾਈ ਹੈ ਕਿ ਇੱਕ ਜਿਹੜੀ ਸਮਾਨਤਾ ਹੋਣੀ ਚਾਹੀਦੀ ਹੈ ਸਾਰੇ ਮੈਟਰ ਦੇ ਵਿੱਚ, ਚਾਹੇ ਕੋਈ VIP ਆ, ਚਾਹੇ ਕੋਈ ਸਧਾਰਨ ਬੰਦਾ, ਤੁਸੀਂ ਹਰ ਇੱਕ ਦਾ ਡਰਾਅ ਕੱਢੋ।
ਤਾਂ ਕਿ ਹਰ ਬੰਦੇ ਨੂੰ ਉਹਦੀ ਓਪਰਚੁਨਿਟੀ ਮਿਲ ਸਕੇ, ਉਹਦਾ ਰਾਈਟ ਜਿਹੜਾ ਉਹਦਾ ਐਕਸਰਸਾਈਜ਼ ਹੋ ਸਕੇ। ਸਾਰਾ ਰੌਲਾ ਹੀ ਇਹ ਹੈਗਾ, ਇਸੇ ਗੱਲ ਦਾ ਹੈਗਾ। ਦੂਸਰੀ ਗੱਲ ਇਹ ਹੈ ਕਿ ਮੈਂ ਇੱਕ ਧਰਨਾ ਦਿੱਤਾ ਸੀ ਗ੍ਰੀਨਲੈਂਡ ਸਕੂਲ ਦੇ ਬਾਹਰ। ਉਹਦੇ ਵਿੱਚ ਮੈਂ ਕੁਝ ਸਕੂਲਾਂ ਦੀ ਕੱਢ ਲਈ ਸੀ ਫਿਗਰ, ਤਕਰੀਬਨ ਕਈ ਕਰੋੜ ਰੁਪਈਆ, 60 70 80 ਕਰੋੜ ਰੁਪਈਏ ਦੀ ਫਿਗਰ ਕੱਢ ਲਈ ਸੀ ਵੀ ਇਹਨਾਂ ਨੇ ਪ੍ਰੋਫਿਟ ਅਰਨ ਕੀਤੇ ਆ। ਤੇ ਮੈਂ ਕੁਝ ਹੋਰ ਸਕੂਲਾਂ ਦਾ ਵੀ ਡਾਟਾ ਨਿਕਲਵਾਇਆ ਤੇ ਲਗਭਗ ਉਹ ਫਿਗਰ 100 ਕਰੋੜ ਦੇ ਨੇੜੇ ਟੱਚ ਕਰ ਗਈ ਵੀ ਉਹ ਫਿਗਰ ਸਕੂਲਾਂ ਵਾਲਿਆਂ ਨੇ ਪੇਰੈਂਟਸ ਤੋਂ ਪੈਸਾ ਕਮਾ ਲਿਆ। ਇੱਕ ਪਾਸੇ ਤਾਂ ਰੌਲਾ ਪਾਈ ਜਾਂਦੇ ਵੀ ਕੋਵਿਡ ਦੇ ਦਰਮਿਆਨ ਸਾਨੂੰ ਕੋਈ ਪੈਸਾ ਨਹੀਂ ਬਚਿਆ, ਇਸ ਤਰ੍ਹਾਂ ਨਹੀਂ ਹੈਗਾ, ਸਭ ਬਚਿਆ ਇਹਨਾਂ ਨੂੰ। ਇਹਨਾਂ ਦੀਆਂ ਬੈਲੈਂਸ ਸ਼ੀਟਾਂ ਬੋਲਦੀਆਂ ਪਈਆਂ ਆ, ਇਹ ਮੈਨੇਜ ਨਹੀਂ ਹੋ ਰਹੀਆਂ ਇਹਨਾਂ ਕੋਲੋਂ। ਹੁਣ ਮੈਂ ਇੱਕ ਐਪਲੀਕੇਸ਼ਨ ਇਹ ਫਾਈਲ ਕੀਤੀ ਹੈ ਕਿ ਇਹ 100 ਕਰੋੜ ਰੁਪਈਆ ਇਹ ਪੇਰੈਂਟਸ ਨੂੰ ਰਿਫੰਡ ਕੀਤਾ ਜਾਵੇ। ਇਹਨਾਂ ਦਾ ਕੋਈ ਅਧਿਕਾਰ ਨਹੀਂ ਸੀਗਾ। ਇਹਨਾਂ ਨੇ ਇਹ ਉੱਥੇ ਸੈਲਫ ਡੈਕਲੇਰੇਸ਼ਨ ਸਵੈ ਘੋਸ਼ਣਾ ਪੱਤਰ ਦਿੱਤਾ ਹੈ ਕਿ ਅਸੀਂ ਕੋਈ ਪ੍ਰੋਫਿਟ ਨਹੀਂ ਕਮਾਵਾਂਗੇ। ਡਿਸਪਾਈਟ ਦੈਟ ਇਹਨਾਂ ਨੇ ਰਾਈਟ ਟੂ ਐਜੂਕੇਸ਼ਨ ਐਕਟ ਦੀ ਧੱਜੀਆਂ ਉਡਾਉਂਦੇ ਹੋਏ ਪ੍ਰੋਫਿਟ ਕਮਾਇਆ, ਔਰ ਉਹ ਪ੍ਰੋਫਿਟ ਕਈ ਸਕੂਲਾਂ ਦਾ 100 ਕਰੋੜ ਨੂੰ ਟੱਚ ਕਰ ਗਿਆ। ਮੈਟਰ ਹਾਈ ਕੋਰਟ ਦੇ ਵਿੱਚ ਵੀ ਪੈਂਡਿੰਗ ਹੈ, ਲੇਕਿਨ ਪੇਰੈਂਟਸ ਐਸੋਸੀਏਸ਼ਨ ਦਾ ਜਿਹੜੇ ਕੇਸ ਕੀਤਾ ਹੋਇਆ ਉਹਨਾਂ ਕੋਲੋਂ ਮੈਨੂੰ ਨਹੀਂ ਲੱਗਦਾ ਵੀ ਪ੍ਰੋਪਰ ਤਰੀਕੇ ਨਾਲ ਉਹ ਕੇਸ ਉਹ ਡੀਲ ਕਰ ਪਾ ਰਹੇ ਆ। ਉਹ ਥੋੜ੍ਹਾ ਲੀਗਲੀ ਵੀਕ ਲੱਗ ਰਹੇ ਨੇ ਮੈਨੂੰ। ਅਤੇ ਦੋਸ਼ ਉਹ ਕੋਰਟ 'ਤੇ ਦਿੰਦੇ ਨੇ ਵੀ ਕੋਰਟ ਐਂ ਕਰਦੀ, ਕੋਰਟ ਉਹ ਕਰਦੀ। ਵੀ ਤੁਹਾਡੇ ਕੋਲੋਂ ਖੁਦ ਕੋਲੋਂ ਤਾਂ ਰੀਪ੍ਰਜੈਂਟ ਨਹੀਂ ਹੋ ਰਿਹਾ ਕੇਸ, ਅਤੇ ਦੋਸ਼ ਤੁਸੀਂ ਦੇਣ ਲੱਗ ਗਏ ਹੋ ਕੋਰਟ ਨੂੰ। ਜਿਹੜੇ ਸਬੂਤ ਲਿਆ ਕੇ ਮੈਂ ਦਿੱਤੇ ਵੀ ਇਹਨਾਂ ਨੇ ਇੰਨਾ ਪ੍ਰੋਫਿਟ ਕਮਾ ਲਿਆ, ਉਹ ਸਬੂਤ ਜਦੋਂ ਚੱਲਦੇ ਕੇਸ ਦੇ ਵਿੱਚ ਇਹਨਾਂ ਨੂੰ ਪੇਰੈਂਟਸ ਐਸੋਸੀਏਸ਼ਨ ਨੂੰ ਉਹ ਸਬੂਤ ਉਸ ਵੇਲੇ ਜੱਜ ਸਾਹਿਬ ਦੇ ਮੂਹਰੇ ਰੱਖਣੇ ਚਾਹੀਦੇ ਸੀ ਵੀ ਸਰ ਓਰੀਜਨਲ ਫਿਗਰ ਤਾਂ ਆਹ ਹੈ ਵੀ ਇੰਨੇ ਕਰੋੜ ਰੁਪਈਆ, ਜਿਵੇਂ ਮੈਂ ਦੱਸਿਆ ਸੀ ਵੀ 22 ਕਰੋੜ ਗ੍ਰੀਨਲੈਂਡ ਵਾਲਾ ਰੱਖੀ ਬੈਠਾ ਤਿਜੋਰੀ ਦੇ ਵਿੱਚ, ਦੱਸਿਆ ਬੈਲੈਂਸ ਸ਼ੀਟ ਦੇ ਵਿੱਚ ਉਹ 52 ਕਰੋੜ ਰੁਪਈਏ ਦਾ ਟੋਟਲ ਪ੍ਰੋਫਿਟ ਦਿਖਾਇਆ ਹੋਇਆ ਉਹਨੇ ਸਭ ਤੋਂ ਜ਼ਿਆਦਾ। ਅਤੇ ਤੁਹਾਡੇ ਹੋਰ ਵੀ ਬਹੁਤ ਸਾਰੇ ਸਕੂਲ ਸੀਗੇ ਵਿੱਚ, ਅਤੇ ਉਹ ਸਾਰੀਆਂ ਫਿਗਰਸ ਉਹਨਾਂ ਨੂੰ ਕੋਰਟ ਦੇ ਮੂਹਰੇ ਅੱਜ ਤੋਂ ਸਾਲ ਪਹਿਲਾਂ ਹੀ ਰੱਖ ਦੇਣੀਆਂ ਚਾਹੀਦੀਆਂ ਸੀਗੀਆਂ, ਤਾਂ ਉਹਨਾਂ ਨੂੰ ਉਦੋਂ ਹੀ ਰਿਲੈਕਸੇਸ਼ਨ ਮਿਲ ਜਾਣਾ ਸੀਗਾ। ਅਤੇ ਮੈਨੂੰ ਉਹਨਾਂ ਦਾ ਵਰਕਿੰਗ ਸਟਾਈਲ ਵੀ ਨਹੀਂ ਸਮਝ ਆ ਰਿਹਾ ਕੀ ਹੈਗਾ ਆ। ਚਲੋ ਹੁਣ ਮੈਂ ਡਾਟਾ ਵੀ ਦੇ ਦਿੱਤਾ, ਹੁਣ ਦੇਖਦੇ ਹਾਂ ਉਸ ਡਾਟੇ ਦੇ ਅਕੋਰਡਿੰਗ ਇਹ ਆਪਣਾ ਕੇਸ ਰੀਪ੍ਰਜੈਂਟ ਕਰ ਪਾਉਂਦੇ ਆ ਜਾਂ ਨਹੀਂ ਕਰ ਪਾਉਂਦੇ। ਔਰ ਇਹ 100 ਕਰੋੜ ਰੁਪਈਆ ਬਹੁਤ ਵੱਡੀ ਫਿਗਰ ਹੈ। ਕੋਵਿਡ ਦੇ ਵਿੱਚ ਇਹਨਾਂ ਨੇ ਕਿਹਾ ਵੀ ਸਾਡੇ ਕੋਲੇ ਪੈਸੇ ਨਹੀਂ ਸੀਗੇ, ਔਰ ਮੈਂ ਸਾਬਤ ਕਰ ਦਿੱਤਾ ਕਾਗਜ਼ਾਂ ਦੇ ਵਿੱਚ ਇਹਨਾਂ ਕੋਲੇ ਸਭ ਕੁਝ ਸੀਗਾ। ਇਹ ਝੂਠ ਬੋਲਦੇ ਨੇ। ਇਹਨਾਂ ਨੇ ਫਿਰ ਪੇਰੈਂਟਸ ਦੀ ਗਰਦਨ ਮਰੋੜ ਕੇ ਉਹਨਾਂ ਕੋਲ ਧੱਕੇ ਨਾਲ ਪੈਸੇ ਲਿੱਤੇ। ਜਿਸ ਬੱਚੇ ਨੂੰ ਐਡਮਿਸ਼ਨ ਪੈਸੇ ਜਾਂ ਉਹ ਫੀਸ ਨਹੀਂ ਦੇ ਪਾਇਆ, ਵਟਸਐਪ ਗਰੁੱਪਾਂ 'ਚੋਂ ਉਹਨਾਂ ਬੱਚਿਆਂ ਦੇ ਨਾਮ ਡਿਲੀਟ ਕਰ ਦਿੱਤੇ ਗਏ, ਔਰ ਉਹ ਪੇਰੈਂਟਸ ਨੂੰ ਬੁਲਾ ਕੇ ਐਕਸਪਲੋਇਟ ਕੀਤਾ ਗਿਆ ਵੀ ਫੀਸ ਦਿਓ। ਕਈ ਤਾਂ ਪੇਰੈਂਟਸ ਇੱਦਾਂ ਦੇ ਸੀ, ਉਹ ਵਿਚਾਰੇ ਰੋਂਦੇ ਸੀ ਵੀ ਸਾਡੇ ਕੋਲ 25,000 ਹੈਗਾ, 25,000 ਅਸੀਂ ਤੁਹਾਨੂੰ ਬਾਅਦ 'ਚੋਂ ਦੇ ਦਾਂਗੇ। ਇਹਨਾਂ ਨੇ ਉਹ ਵੀ ਚੀਜ਼ਾਂ ਉਹਨਾਂ ਦੀਆਂ ਅਸੈਪਟ ਨਹੀਂ ਕੀਤੀਆਂ ਵੀ ਤੁਸੀਂ ਕਿਸ਼ਤਾਂ ਹੀ ਕਰ ਦਿਓ। ਇਹਨਾਂ ਨੇ ਆਪਣਾ ਪ੍ਰਾਈਵੇਟ ਸਕੂਲਾਂ ਨੇ ਬਦ ਦਸਤੂਰ ਉਸੇ ਤਰੀਕੇ ਨਾਲ ਆਪਣੀ ਦੁਕਾਨਦਾਰੀ ਹੀ ਕਹੂੰਗਾ ਵੀ ਇਹ ਦੁਕਾਨਦਾਰੀ ਕਰਦੇ ਪਏ ਆ। ਜਦ ਕਿ ਸੁਪਰੀਮ ਕੋਰਟ ਦੀਆਂ ਜਜਮੈਂਟਸ ਨੇ, ਹਾਈ ਕੋਰਟ ਦੀਆਂ ਜਜਮੈਂਟਸ ਨੇ, ਐਕਟ ਕਹਿ ਰਹੇ ਆ ਵੀ ਇਹ ਪ੍ਰੋਫਿਟ ਕਮਾ ਹੀ ਨਹੀਂ ਸਕਦੇ, ਇਹ ਤਾਂ ਇੱਕ ਸੇਵਾ ਭਾਵਨਾ ਦਾ ਹੈਗਾ। ਇਹਨਾਂ ਨੇ ਕੀ ਕੀਤਾ ਹੋਇਆ ਮੈਡਮ, ਇਹਨਾਂ ਨੇ ਨਾ ਟਰਸਟ ਬਣਾਏ ਹੋਏ ਨੇ ਬੇਸਿਕਲੀ ਅੰਦਰੋਂ। ਉਹ ਟਰਸਟੀ ਜਿਹੜੇ ਨੇ ਨਾ ਇਹਨਾਂ ਦੇ ਘਰ ਦੇ ਹੀ ਬੰਦੇ ਹੁੰਦੇ ਆ। 2-4 ਦੋਸਤ ਪਾ ਲਏ, ਇੱਕ ਅੱਧਾ ਬਲੱਡ ਰਿਲੇਸ਼ਨ ਦਾ ਪਾ ਲਿਆ, 2-4 ਹੋਰ ਰਿਸ਼ਤੇਦਾਰ ਪਾ ਲਏ, ਟਰਸਟ ਬਣਾ ਲਿਆ ਜਿਨ੍ਹਾਂ ਦੇ ਉੱਤੇ ਇਹਨਾਂ ਨੂੰ ਕੌਨਫੀਡੈਂਸ ਹੈ। ਉਹ ਬਸ ਉਸੇ ਆੜ ਦੇ ਵਿੱਚ, ਟਰਸਟਾਂ ਦੀ ਆੜ ਦੇ ਵਿੱਚ ਸਕੂਲ ਚਲਾ ਰਹੇ ਨੇ, ਔਰ ਕਰੋੜਾਂ ਰੁਪਈਆ ਹਰ ਸਾਲ ਬੱਚਿਆਂ ਕੋਲੋਂ ਫੀਸਾਂ ਦੀ ਆੜ ਦੇ ਵਿੱਚ ਕਮਾ ਰਹੇ ਨੇ। ਮੈਂ ਇਹ ਸਾਬਤ ਕਰ ਦਿੰਦਾ ਕਿ ਇਸ 2 ਸਾਲਾਂ ਦੇ ਵਿੱਚ, ਜਿਹੜਾ ਪਿਛਲੇ ਕੋਵਿਡ ਦਾ 1.5-2 ਸਾਲ ਦਾ ਟਾਈਮ ਨਿਕਲਿਆ, ਅਗਰ ਸਕੂਲਾਂ ਵਾਲੇ ਇੱਕ ਪੈਸਾ ਵੀ ਨਾ ਲੈਂਦੇ, ਛੱਡ ਦਿੰਦੇ ਵੀ ਅਸੀਂ ਨਹੀਂ ਲੈਣਾ, ਇਹਨਾਂ ਨੂੰ ਤਾਂ ਵੀ ਇਹਨਾਂ ਦਾ ਕੁਛ ਨਹੀਂ ਸੀ ਵਿਗੜਨਾ। ਇਹ ਟੀਚਰਸ ਨੂੰ ਉਹਨਾਂ ਦੀ ਸੈਲਰੀ ਵੀ ਪੇ ਕਰ ਸਕਦੇ ਸੀ, ਇਸ ਕੈਪੈਸਿਟੀ ਦੇ ਵਿੱਚ ਸੀਗੇ ਇਹ, ਔਰ ਬੱਚਿਆਂ ਨੂੰ 80%, 70% ਜਾਂ 100% ਤੱਕ ਰਿਬੇਟ ਵੀ ਦੇ ਸਕਦੇ ਸੀਗੇ। ਇਸ ਪੋਜੀਸ਼ਨ ਦੇ ਵਿੱਚ ਇਹ ਸੀਗੇ, ਲੇਕਿਨ ਇਹਨਾਂ ਨੇ ਇੱਦਾਂ ਨਹੀਂ ਕੀਤਾ। ਹੁਣ ਦੇਖਦੇ ਹਾਂ ਕਿ ਪੇਰੈਂਟ ਐਸੋਸੀਏਸ਼ਨ ਇਸ ਮੈਟਰ ਨੂੰ ਕੋਰਟ ਦੇ ਮੂਹਰੇ, ਮਾਨਯੋਗ ਕੋਰਟ ਦੇ ਮੂਹਰੇ ਕਿੱਦਾਂ ਰੱਖਦੀ ਆ। ਬਾਕੀ ਆ ਗੋਰਖ ਧੰਦੇ ਦੀ ਗੱਲ ਤਾਂ ਮੈਂ ਤੁਹਾਨੂੰ ਸਿੱਧੀ ਦੱਸਤੀ, ਠੀਕ ਹੈ। ਮੈਂ ਇੱਕ ਦਿਨ ਡਿਸਟ੍ਰਿਕਟ ਐਜੂਕੇਸ਼ਨ ਆਫਿਸ ਦੇ ਵਿੱਚ ਪੇਪਰ ਲੈਣ ਚਲ ਗਿਆ, ਅਤੇ ਉਹ
ਥੋੜਾ ਕੋਈ ਆਫੀਸਰ ਨਾਂ ਨਹੀਂ ਲੈਣਾ, ਉਹ ਵਿਚਾਰਾ ਬਹੁਤ ਦੁਖੀ ਸੀਗੇ, ਕਹਿੰਦੇ ਯਾਰ ਤੁਹਾਨੂੰ ਪਹਿਲਾਂ ਪੇਪਰ ਦੇ ਦਿੱਤੇ, ਤੁਸੀਂ ਸਾਰੇ ਪ੍ਰੈਸ ਮੀਡੀਆ ਦੇ ਵਿੱਚ ਲੋਕਾਂ 'ਚ ਵੰਡ ਦਿੱਤੇ, ਸਾਡੇ ਵਾਸਤੇ ਬੜੀ ਪ੍ਰੋਬਲਮ ਹੋ ਗਈ। ਤੇ ਮੈਂ ਕਿਹਾ ਅਸੀਂ ਕਿਹੜਾ ਘਰੇ ਰੱਖਣੇ ਕਾਗਜ਼, ਸਾਨੂੰ ਤਾਂ ਜੋ ਆਉਣਾ ਤਾਂ ਪਬਲਿਕ ਦੇ ਮੂਹਰੇ ਕਰ ਦੇਣਾ। ਤੇ ਪ੍ਰਾਈਵੇਟ ਸਕੂਲਾਂ ਵਾਲਿਆਂ ਨੇ ਇੱਕ ਪੂਰਾ ਕੈਪਚਰ ਕੀਤਾ ਹੋਇਆ ਐਜੂਕੇਸ਼ਨ ਸਿਸਟਮ, ਡਿਸਟ੍ਰਿਕਟ ਐਜੂਕੇਸ਼ਨ ਆਫਿਸ ਕੈਪਚਰ ਕੀਤਾ ਹੋਇਆ, ਸਟੇਟ ਦਾ ਜਿਹੜਾ ਡਾਇਰੈਕਟਰ ਆਫਿਸ ਕੈਪਚਰ ਕੀਤਾ ਹੋਇਆ ਕਿ ਕਾਗਜ਼ਾਂ, ਮੈਨੂੰ ਇੱਕ ਗੱਲ ਦੱਸੋ, 1 ਸਾਲ ਲੱਗਦਾ ਇਸ ਚੀਜ਼ ਦੀ ਇਨਕੁਆਇਰੀ ਨੂੰ? 1 ਸਾਲ ਲੱਗਦਾ? ਤੁਸੀਂ ਲਾਓ ਕਿਸੇ ਓਨੈਸਟ ਆਫੀਸਰ ਨੂੰ, ਜੇ ਨਹੀਂ ਹੁੰਦਾ ਇਹਨਾਂ ਦੀ ਐਫੀਲੀਏਸ਼ਨਾਂ ਕੈਂਸਲ ਕਰੋ। ਤੁਸੀਂ ਇਹਨਾਂ ਦੀ ਪ੍ਰੋਵੀਜ਼ਨਲ ਐਫੀਲੀਏਸ਼ਨ ਦਿੱਤੀਆਂ ਹੋਈਆਂ ਆ, ਤੁਸੀਂ ਕਿਸੇ ਵੇਲੇ ਵੀ ਇਹਨਾਂ ਦੀ ਐਫੀਲੀਏਸ਼ਨ ਕੈਂਸਲ ਕਰ ਸਕਦੇ ਹੋ। ਬਹੁਤ ਵੱਡਾ ਇਹ ਕਹਿ ਲਓ ਵੀ ਦੁਕਾਨਦਾਰੀ ਦਾ ਧੰਦਾ ਚੱਲ ਰਿਹਾ, ਕਈ ਸਕੂਲਾਂ ਵਾਲੇ ਨੈਕਸਸ ਚਲਾ ਰਹੇ ਨੇ। ਤਾਂ ਇਹ ਬਹੁਤ ਜ਼ਰੂਰੀ ਹੈ ਵੀ ਇਹਦੇ 'ਤੇ ਨਕੇਲ ਕੱਸਣੀ, ਪੇਰੈਂਟਸ ਨੂੰ ਰਿਲੀਫ ਦਿਵਾਉਣਾ, ਚਾਹੇ ਉਹ ਫੀਸਾਂ ਵਾਲੇ ਪਾਸੇ ਹੈ, ਚਾਹੇ ਉਹ ਕੋਈ ਫੰਡਸ ਲੈਂਦੇ ਨੇ ਉਸ ਪਾਸੇ ਹੈ, ਚਾਹੇ ਐਡਮਿਸ਼ਨ ਵਾਲੇ ਪਾਸੇ ਨੇ। ਇਹ ਸਾਰਾ ਕੁਝ ਹੀ ਮਤਲਬ ਸਾਡੇ ਵੱਲੋਂ ਚੱਲ ਰਿਹਾ ਤੇ ਇਸ ਮੈਟਰ 'ਚ ਹੈ ਮੈਡਮ। ਸਰ ਜੇ ਦੇਖਿਆ ਜਾਵੇ ਐਡਮਿਸ਼ਨ ਨੂੰ ਵੀ ਲੈ ਕੇ, ਫੀਸਾਂ ਨੂੰ ਵੀ ਲੈ ਕੇ ਹਰ ਪਾਸੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਾਨੀ ਜਿਹੜੀ ਹੈ ਕੀਤੀ ਜਾ ਰਹੀ ਹੈ। ਕੀ ਲੱਗਦਾ ਹੈ ਕਿ ਜਿਹੜੇ ਕਾਨੂੰਨ ਜਦ ਕਹਿੰਦਾ ਹੈ ਕਿ ਡਰਾਅ ਦੇ ਰਾਹੀਂ ਐਡਮਿਸ਼ਨ ਹੋਣੀ ਚਾਹੀਦੀ ਹੈ, ਪਰ ਐਡਮਿਸ਼ਨ ਜਿਹੜੀ ਉਸ ਤਰੀਕੇ ਨਾਲ ਨਹੀਂ ਹੋ ਰਹੀ ਹੈ, ਤੇ ਕੀ ਉਸ ਚੀਜ਼ ਨੂੰ ਇੰਪਲੀਮੈਂਟ ਕਰਵਾਉਣ ਦੇ ਵਿੱਚ ਕਮੀ ਆ ਰਹੀ ਹੈ ਕਿ ਇਹ ਲੋਕ ਫੋਲੋ ਕਰ ਨਹੀਂ ਪਾ ਰਹੇ, ਉਸ ਦੇ ਵਿੱਚ ਕਮੀ ਆ ਰਹੀ ਹੈ, ਜਾਂ ਦੋਨਾਂ ਦੀ ਆਪਸ ਦੇ ਵਿੱਚ ਮਿਲੀ ਭੁਗਤ ਹੈ? ਲੱਗਦਾ ਕੀ ਹੈ ਇਹ ਚੀਜ਼ ਹੋ ਰਹੀ ਹੈ? ਇਹ ਚੀਜ਼ ਡਿਪਟੀ ਕਮਿਸ਼ਨਰ ਨੂੰ ਨਹੀਂ ਪਤਾ? ਬਿਲਕੁਲ। ਤੁਸੀਂ ਡਿਪਟੀ ਕਮਿਸ਼ਨਰ ਕੋ ਚਲ ਜਾਓ, ਮਜਾਲ ਹੈ ਜੋ ਕੁਝ ਬੋਲ ਜਾਵੇ। ADC ਕੋ ਚਲ ਜਾਓ, ਮਜਾਲ ਹੈ ਕੁਝ ਬੋਲ ਜਾਵੇ। ਕੋਈ ਪੋਲੀਟੀਸ਼ੀਅਨ, ਕੋਈ ਮੈਂਬਰ ਪਾਰਲੀਮੈਂਟ, ਕੋਈ MLA, ਕੋਈ ਮੰਤਰੀ ਬੋਲਦਾ ਇਸ ਮੈਟਰ ਦੇ ਉੱਤੇ ਪੇਰੈਂਟਸ ਦੇ ਹੱਕ ਦੇ ਵਿੱਚ? ਕੋਈ ਨਹੀਂ ਬੋਲਦਾ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਇਹ ਬਹੁਤ ਵੱਡਾ ਨੈਕਸਸ ਹੈ। ਉਹਨਾਂ ਲੋਕਾਂ ਨੇ ਵੀ ਆਪਣੇ ਸਿਫਾਰਸ਼ਾਂ ਕਰਾ ਕੇ ਐਡਮਿਸ਼ਨਾਂ ਲੈਣੀਆਂ, ਪੋਲੀਟੀਕਲ ਪਾਰਟੀਆਂ ਨੇ ਆਪਣੇ ਫੰਡ ਲੈਣੇ ਨੇ, ਪੋਲੀਟੀਕਲ ਪਾਰਟੀਆਂ ਨੇ ਆਪਣਾ ਜੋ ਵੀ ਕਿਸੇ ਬੱਚੇ ਦੀ ਕੋਈ 2 4 5 ਬੱਚਿਆਂ ਦੀ ਐਡਮਿਸ਼ਨ ਕਰਾਉਣੀ ਕਿਸੇ ਚੰਗੇ ਸਕੂਲ 'ਚ, ਉਹਨਾਂ ਦਾ ਸਿਸਟਮ ਇੱਥੇ ਤੱਕ ਚੱਲ ਰਿਹਾ। ਉਹਨਾਂ ਦਾ ਪੇਰੈਂਟਸ ਦੇ ਦਰਦ ਨਾਲ ਕੋਈ ਸਰੋਕਾਰ ਨਹੀਂ ਹੈਗਾ। ਪੇਰੈਂਟਸ ਧਿਆਨ ਨਾਲ ਸੁਣਨ ਕਿ ਉਹਨਾਂ ਦੇ ਦਰਦ ਨਾਲ ਇਹਨਾਂ ਪੋਲੀਟੀਸ਼ੀਅਨਾਂ ਨੂੰ, ਇਹਨਾਂ ਬਿਊਰੋਕਰੇਟਸ ਨੂੰ ਕੋਈ ਸਰੋਕਾਰ ਨਹੀਂ ਹੁੰਦਾ। ਸਰੋਕਾਰ ਹੁੰਦਾ ਨਾ ਤੇ ਡਿਪਟੀ ਕਮਿਸ਼ਨਰ ਨੂੰ ਵੀ ਇਹ ਲੈਟਰ ਗਈਆਂ ਤੇ ਬੁਲਾ ਕੇ ਉਹ 1 ਮਹੀਨੇ ਦੇ ਵਿੱਚ ਰਿਕਾਰਡ ਮੰਗਾ ਕੇ ਸੈਟਲ ਕਰ ਲੈਂਦੇ। ਤੇ ਉਹ ਇਹ ਤਾਂ ਕਹਿ ਨਹੀਂ ਸਕਦੇ ਕਿ ਜੀ ਮੇਰੇ ਕੋਲੇ ਚਿੱਠੀਆਂ ਬਹੁਤ ਆਉਂਦੀਆਂ ਜੀ, ਮੇਰੇ ਕੋਲ ਮੈਂ ਬਿਜ਼ੀ ਬਹੁਤ ਹਾਂ। ਤੁਸੀਂ ਬਿਜ਼ੀ ਤੇ ਕਿਸੇ ਅਫਸਰ ਦੀ ਡਿਊਟੀ ਲਾ ਦਿਓ, ਕੋਈ ਇਨਕੁਆਇਰੀ ਆਫੀਸਰ ਲਾ ਦਿਓ, ਜੇ ਤੁਸੀਂ ਉਹਨੂੰ ਟਾਈਮ ਬਾਉਂਡ ਕਰ ਦਿਓ ਤਾਂ ਇਹ ਅਲਟੀਮੇਟਲੀ ਜਿਹੜੇ ਮੈਟਰ ਨੇ ਕੋਰਟ 'ਚ ਜਾ ਕੇ ਸੈਟਲ ਹੋਣੇ ਆ, ਸਾਨੂੰ ਵੀ ਪਤਾ ਹੈ। ਲੇਕਿਨ ਤੁਸੀਂ ਅਗਰ ਗੱਲ ਕਰਦੇ ਹੋ ਕਿ ਪੇਰੈਂਟਸ ਲੀਡਰਾਂ ਤੋਂ ਕੁਝ ਉਮੀਦ ਰੱਖਣ ਜਾਂ ਇਹਨਾਂ ਕੋਲੋਂ ਬਿਊਰੋਕਰੇਟਸ ਤੋਂ ਉਮੀਦ ਰੱਖਣ ਜਾਂ ਅਸੀਂ ਉਮੀਦ ਰੱਖੀਏ, ਅਸੀਂ ਤਾਂ ਚਿੱਠੀਆਂ ਲਿਖ ਸਕਦੇ ਹਾਂ, ਕੋਰਟ 'ਚ ਜਾ ਸਕਦੇ ਹਾਂ, ਲੜ ਸਕਦੇ ਹਾਂ, ਇਹੀ ਕਰ ਸਕਦੇ ਹਾਂ। ਬਾਕੀ ਇਹਨਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਸਾਰਾ। ਬਿਲਕੁਲ। ਤੇ ਅਸੀਂ ਗੱਲਬਾਤ ਕੀਤੀ RTI ਐਕਟਿਵਿਸਟ ਰੋਹਿਤ ਸੱਭਰਵਾਲ ਜੀ ਨਾਲ। ਕਿਸ ਤਰੀਕੇ ਨਾਲ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੁਣਦੇ ਆਏ ਹਾਂ, ਦੇਖਦੇ ਆਏ ਹਾਂ ਕਿ ਸਕੂਲਾਂ ਵੱਲੋਂ ਹਰ ਮਾਮਲੇ ਦੇ ਵਿੱਚ ਜਿਹੜੀ ਹੈ ਲਗਾਤਾਰ ਆਪਣੀ ਮਨਮਾਨੀ ਕੀਤੀ ਜਾਂਦੀ ਹੈ। ਫਿਰ ਚਾਹੇ ਉਹ ਸਕੂਲਾਂ ਦੇ ਵਿੱਚ ਐਡਮਿਸ਼ਨ ਦੀ ਪ੍ਰੋਸੈਸ ਨੂੰ ਲੈ ਕੇ ਹੋਵੇ, ਚਾਹੇ ਜਿਹੜਾ ਹੈ ਫੀਸ ਵਸੂਲਣ ਨੂੰ ਲੈ ਕੇ ਹੋਵੇ, ਹਰ ਪਾਸੇ ਪ੍ਰਾਈਵੇਟ ਸਕੂਲਾਂ ਵੱਲੋਂ ਹੀ ਮਨਮਾਨੀ ਕੀਤੀ ਜਾਂਦੀ ਹੈ ਤੇ ਪੇਰੈਂਟਸ ਜਿਹੜੇ ਨੇ ਉਹ ਲਗਾਤਾਰ ਖੱਜਲ ਖੁਆਰ ਹੁੰਦੇ ਨਜ਼ਰ ਆਉਂਦੇ ਨੇ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਮੈਂ ਕਲਪਨਾ ਮੌਰਿਆ, ਵੇਖਦੇ ਰਹੋ ਦਾ ਸਿਟੀ ਹੈਡਲਾਈਨਸ।